लगातार चौथे दिन भारत च 3 ਲੱਖ ਤੋਂ ਵੱਧ कोरोना केस 3,49,000 ਤੋਂ ਪਾਰ ਹੋਇਆ आंकड़ा 2700 ਤੋਂ ਵੱਧ ਲੋਕਾਂ ਨੇ ਤੋੜਿਆ ਦਮ 26,82,000 ਤੋਂ ਵੱਧ ਹੋਏ ਐਕਟਿਵ केस। दिल्ली च एक हफ्ते होर वधाया गया लॉकडाउन 3 मई यानी कि अगले सोमवार सवेरे 5 बजे तक रहेगा लॉकडाउन। केजरीवाल ने किया लॉकडाउन ही आखिरी हथियार। पंजाब च सख्त पाबंदियों के बाद एतवार नूं मुकम्मल तौर पर बंद रहे बाजार, सड़कां नजर आईयां सुन्नियां, सिर्फ जरूरी सेवावां नूं सी इजाजत। हरियाणा च ऑक्सीजन की कमी ने लईयां 4 जानां। रिवाड़ी च विराट हस्पताल च 4 कोरोना मरीजों की मौत, परिवार ने हस्पताल के बाहर लाया धरना। कोरोना करके श्री हेमकुंड साहब की यात्रा की गई मुलतवी, 10 मई तो शुरू होनी सी यात्रा, ट्रस्ट के प्रधान वालों सांझी की गई जानकारी। गुड मॉर्निंग पंजाबियों, एबीपी साझा वेख रहे सारे दर्शकों का स्वागत है। लैके मुड़ हाजिर आ फटाफट अंदाज विच वड्डियां खबरां। पंजाब विच कोरोना वायरस के बिगड़ते हालातां नूं वेखदे होए सूबा सरकार वालों ਐਤਵਾਰ ਨੂੰ सूबे विच सख्ती होर वधा दित्ती गई सी, जिस नूं वेखदे होए अज पूरे सूबे विच बाजार मुकम्मल तौर ते बंद रहे। सिर्फ जरूरी चीज़ां दीयां दुकानां ही खोलियां गईयां ते नाल ही नज़र मार लैंदे पंजाब दीयां कुछ होर वड्डियां खबरां ते। पंजाब विच लगातार वध रही कोरोना महामारी के मामलों के मद्देनज़र पंजाब सरकार वालों ऐतवार नूं ऐलाने गए लॉकडाउन का व्यापक असर वेख्या गया। ਵੱਡੇ ਸ਼ਹਿਰਾਂ ਵਿੱਚ ਬਾਜ਼ਾਰ ਮੁਕੰਮਲ ਬੰਦ ਰਹੇ, ਸਿਰਫ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਹੀ ਖੋਲੀਆਂ ਗਈਆਂ। ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਇਸ ਦੇ ਨਾਲ ਹੀ ਪੰਜਾਬ ਵਿੱਚ 7 ਜ਼ਿਲ੍ਹਿਆਂ ਦੀ ਵੱਧਦੀ ਲਾਗ ਦਰ ਨੇ ਵੀ ਚਿੰਤਾ ਹੋਰ ਵਧਾ ਦਿੱਤੀ ਹੈ, ਜਿਸ ਵਿੱਚ ਮੋਹਾਲੀ ਸਭ ਤੋਂ ਅੱਗੇ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਸੂਬੇ ਵਿੱਚ 5724 ਨਵੇਂ ਪੋਜ਼ਿਟਿਵ ਕੇਸ ਮਿਲੇ ਨੇ ਤੇ ਇਸ ਦੇ ਨਾਲ ਹੀ 92 ਮੌਤਾਂ ਵੀ ਹੋਈਆਂ ਨੇ। ਮੌਜੂਦਾ ਸਮੇਂ ਵਿੱਚ ਪੰਜਾਬ ਵਿੱਚ 46000 ਤੋਂ ਜ਼ਿਆਦਾ ਕੋਰੋਨਾ ਐਕਟਿਵ ਕੇਸ ਨੇ। ਕੰਪਲੀਟ ਬੰਦ ਹੈ ਜੀ, ਕੋਈ ਦੁਕਾਨ ਨਹੀਂ ਖੁੱਲੀ, ਸਿਰਫ ਮੈਡੀਕਲ ਲੋਕਾਂ ਦੀ ਜ਼ਰੂਰਤ ਅਨੁਸਾਰ ਤੇ ਦੁੱਧ ਦੀਆਂ ਦੁਕਾਨਾਂ ਦੁੱਧ ਦੀਆਂ ਵੀ ਨਹੀਂ ਖੁੱਲੀਆਂ। ਦੁੱਧ ਘਰ ਜਾ ਕੇ ਉਹਨਾਂ ਨੂੰ ਅਲਾਊਡ ਹੈ ਵੀ ਪਹੁੰਚਾ ਸਕਦੇ। ਬਿਲਕੁਲ ਜੀ ਬਿਲਕੁਲ, ਕੋਰੋਨਾ ਦੇ ਮਾਮਲੇ ਜਿਹੜੇ ਬਹੁਤ ਵੱਧ ਰਹੇ ਆ, ਇਸ ਕਰਕੇ ਸਰਕਾਰ ਵੱਲੋਂ ਹਦਾਇਤਾਂ ਅਨੁਸਾਰ ਜਿਹੜਾ ਲਾਕਡਾਊਨ ਲਗਾਇਆ ਗਿਆ। ਹਾਂਜੀ, ਦੁਕਾਨਾਂ ਵਾਲੇ ਕਰ ਰਹੇ ਜੀ ਬਿਲਕੁਲ। ਤੇ ਜਿਹੜੇ ਮਾਸਕ ਨਹੀਂ ਪਾ ਰਹੇ ਹੈਗੇ ਉਹਨਾਂ ਤੇ ਸਖਤੀ ਵੀ ਕੀਤੀ ਜਾ ਰਹੀ ਹੈਗੀ ਹੈ। ਬਿਲਕੁਲ ਕੀਤੀ ਜਾ ਰਹੀ ਜੀ, ਮੈਂ ਲੋੜ ਮੁਤਾਬਕ ਨਾਕੇ ਲਗਾ ਕੇ ਚਲਾਨ ਕੀਤੇ ਜਾਂਦੇ ਆ। ਪੰਜਾਬ ਸਰਕਾਰ ਨੇ ਕੋਰੋਨਾ ਦੇ ਮੱਦੇਨਜ਼ਰ ਐਤਵਾਰ ਨੂੰ ਸੂਬੇ ਵਿੱਚ ਸਖਤ ਪਾਬੰਦੀਆਂ ਦੇ ਆਦੇਸ਼ ਦਿੱਤੇ ਸੀ ਤੇ ਇਸ ਦਾ ਅਸਰ ਬਰਨਾਲਾ ਵਿੱਚ ਵੀ ਵੇਖਣ ਨੂੰ ਮਿਲਿਆ। ਪਰ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਚੱਲ ਰਹੇ ਪੱਕੇ ਮੋਰਚੇ ਇਸ ਦਰਮਿਆਨ ਵੀ ਜਾਰੀ ਰਹੇ। ਬਰਨਾਲਾ ਦੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਕਰੀਬ 7 ਦਿਨਾਂ ਤੋਂ ਚੱਲ ਰਹੇ ਪੱਕੇ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ। ਇਸ ਮੋਰਚੇ ਵਿੱਚ ਅੱਜ ਨਵੀਂ ਵਿਆਹੀ ਜੋੜੀ ਵੱਲੋਂ ਵੀ ਹਾਜ਼ਰੀ ਲਗਵਾਈ ਗਈ। ਕਿਸਾਨਾਂ ਨੇ ਕਿਹਾ ਕਿ ਸਰਕਾਰਾਂ ਕੋਰੋਨਾ ਦੀ ਆੜ ਵਿੱਚ ਖੇਤੀ ਕਾਨੂੰਨਾਂ ਦਾ ਸੰਘਰਸ਼ ਖਤਮ ਕਰਵਾਉਣਾ ਚਾਹੁੰਦੀ ਹੈ, ਪਰ ਉਹ ਖੇਤੀ ਕਾਨੂੰਨ ਰੱਦ ਹੋਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ। ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਲੋਕਾਂ ਵਿੱਚ ਹਾਹਾਕਾਰ ਮਚਿਆ ਹੋਇਆ ਤੇ ਲੋਕ ਸਹਿਮੇ ਹੋਏ ਨੇ। ਫਿਰੋਜ਼ਪੁਰ ਦੇ ਭਾਗੀਰਥ ਵਰਮਾ ਪਿਛਲੇ ਸਾਲ ਅਕਤੂਬਰ ਦੇ ਮਹੀਨੇ ਵਿੱਚ ਕੋਰੋਨਾ ਪੋਜ਼ਿਟਿਵ ਹੋਏ ਸੀ ਤੇ ਉਹ ਕਈ ਦਿਨ ਹਸਪਤਾਲ ਵਿੱਚ ਰਹੇ ਸੀ। ਅੱਜ ਉਹਨਾਂ ਨੂੰ 7 ਮਹੀਨੇ ਹੋ ਚੁੱਕੇ ਨੇ ਤੇ ਉਹ ਠੀਕ ਨੇ। ਭਾਗੀਰਥ ਵਰਮਾ ਨੇ ਆਪਣਾ ਤਜਰਬਾ ਦੱਸਦੇ ਹੋਏ ਕਿਹਾ ਕਿ ਜੇ ਕਿਸੇ ਨੂੰ ਕੋਰੋਨਾ ਹੋਇਆ ਹੈ ਤਾਂ ਉਸ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਲੋਕਾਂ ਨੂੰ ਆਤਮ ਵਿਸ਼ਵਾਸ ਦੇ ਨਾਲ ਕੋਰੋਨਾ ਨਾਲ ਲੜਨਾ ਚਾਹੀਦਾ ਹੈ ਤੇ ਜੋ ਸਰਕਾਰ ਵੱਲੋਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ। मैं पिछले साल अक्टूबर में हुआ था, तो 5-7 दिन बुखार चढ़ा था। 5-7 दिन हॉस्पिटल भी चला गया। हॉस्पिटल में 2 दिन बाद मैं ठीक हो गया था बिल्कुल, और फिर उन्होंने 5-7 दिन 8 दिन बाद मेरे को छुट्टी दे दी थी। आज ऐसा है कि आज केसेस काफ़ी बढ़ गए हैं, उससे आलमोस्ट डबल हो गए पिछले साल से। लेकिन लोगों ने देख भी लिया, जान भी लिया कि लोग जो हैं होता भी है और ठीक भी हो रहे हैं। तो जैसे अपनी न्यूज़ आती है, कोई दोस्त के हो गया फैमिली में, कोई रिश्तेदारों की फैमिली में हो गया, 2 को हो गया, 4 को हो गया, तो वो 10-12 दिन बाद 9 दिन बाद पता लगता है भी वो ठीक हो गए हैं, टेस्ट भी नेगेटिव आ गया है। तो ऐसा रूटीन जब हम देखते हैं तो उससे ये भी हौसला होता है कि चलो यार ठीक भी लोग, ज़्यादातर लोग ठीक ही हो रहे हैं। तो ये एक पॉजिटिव पॉइंट थोड़ा अब ऐसा प्लस पॉइंट महसूस होता है। देखिए, अगर ये बुखार फैल ही गया है तो कोई बात नहीं है, इसको फेस करना है। तो रूटीन में क्या होता है कि 5-7 दिन 8 दिन 9 दिन ज़्यादा से ज़्यादा बुखार होता है, हल्का भी हो गया, तेज़ भी हो जाता है, दवाई लेने से कम भी हो जाता है, तो 9-10 दिन पास हो जाते हैं। मैं तो यही कहना चाहूँगा कि रूटीन के अंदर मास्क पहनना चाहिए जब भी हम घर से बाहर जाते हैं, पब्लिक में जाते हैं, पब्लिक प्लेस पे जाते हैं। क्राउड में जाना अगर पड़ जाए
तो मास्क पहनना चाहिए और 2 गज की दूरी का इस्तेमाल करना चाहिए। और जो इंस्ट्रक्शंस डॉक्टर दे रहे हैं, हम टीवी पे सुनते हैं या ऑफिशियली कोई आती हैं, तो उनको मानना चाहिए। और हैंड वॉश करने चाहिए, सैनिटाइज कर लेने चाहिए। तो ठीक है, हम यही कर सकते हैं और ये बेटर है, बड़ा अच्छा है, ऐसा करते रहना चाहिए। पहले भी लोग बड़े बुजुर्ग कहते थे भाई हाथ धो के खाना खाओ, तो वही चीज़ अब दोबारा रिपीट हो रही है। ਸਮੁੱਚੇ ਸੰਸਾਰ ਭਰ ਵਿੱਚ ਅੱਜ 9ਵੇਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਰੌਣਕਾਂ ਨੇ। ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੂਰ ਇਤਿਹਾਸਿਕ ਨਗਰ ਬਾਬਾ ਬਕਾਲਾ, ਜਿੱਥੇ ਗੁਰੂ ਤੇਗ ਬਹਾਦਰ ਜੀ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ। ਕਿਹਾ ਜਾਂਦਾ ਕਿ ਇਸ ਪਿੰਡ ਦਾ ਅਸਲੀ ਨਾਮ ਬਕਾਲਾ ਸੀ, ਪਰ ਜਦੋਂ 7ਵੇਂ ਪਾਤਸ਼ਾਹ ਦਿੱਲੀ ਵਿੱਚ ਗੁਰਪੁਰੀ ਸਿਧਾਰਨ ਲੱਗੇ ਤਾਂ ਉਹਨਾਂ ਨੇ ਸੰਗਤਾਂ ਨੂੰ ਬਾਬਾ ਬਕਾਲਾ ਬਚਨ ਕੀਤਾ। ਉਸ ਸਮੇਂ ਤੋਂ ਹੀ ਇਹ ਨਗਰ ਬਾਬਾ ਬਕਾਲਾ ਪ੍ਰਸਿੱਧ ਹੋ ਗਿਆ। 8ਵੇਂ ਪਾਤਸ਼ਾਹੀ ਵੱਲੋਂ ਦਿੱਲੀ ਦੇ ਵਿੱਚ ਕੀਤੇ ਗਏ ਅੰਤਿਮ ਬਚਨ ਬਾਬੇ ਬਕਾਲੇ ਗੁਰੂ ਤੇਗ ਬਹਾਦਰ ਜੀ ਦੇ 9ਵੇਂ ਨਾਨਕ ਰੂਪ ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਣ ਵੱਲ ਸਪਸ਼ਟ ਸੰਕੇਤ ਕਰਦੇ ਸਨ। ਫਿਲਹਾਲ ਸਮੇਂ ਇੱਕ ਛੋਟੇ ਜਿਹੇ ਬ੍ਰੇਕ ਦੇ ਉਸ ਪਾਰ ਗੱਲ ਭਾਰਤ ਵਿੱਚ ਵਿਗੜ ਰਹੇ ਕੋਰੋਨਾ ਹਾਲਾਤਾਂ ਦੀ ਕਰਾਂਗੇ। ਭਾਰਤ ਵਿੱਚ ਕੋਰੋਨਾ ਵਾਇਰਸ ਹਰ ਦਿਨ ਨਵਾਂ ਰਿਕਾਰਡ ਕਾਇਮ ਕਰ ਰਿਹਾ ਹੈ। ਸ਼ਨੀਵਾਰ ਨੂੰ ਵੀ ਦੇਸ਼ ਵਿੱਚ ਰਿਕਾਰਡ 3.5 ਲੱਖ ਦੇ ਕਰੀਬ ਕੇਸ ਦਰਜ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ ਰਿਕਾਰਡ 2700 ਤੋਂ ਜ਼ਿਆਦਾ ਲੋਕਾਂ ਦੀ ਜਾਨ ਵੀ ਗਈ ਹੈ। ਤੇ ਉਧਰ ਦਿੱਲੀ ਵਿੱਚ ਵਿਗੜ ਰਹੇ ਕੋਰੋਨਾ ਦੇ ਹਾਲਾਤਾਂ ਨੂੰ ਵੇਖਦੇ ਹੋਏ ਲਾਕਡਾਊਨ 1 ਹਫ਼ਤੇ ਹੋਰ ਵਧਾ ਦਿੱਤਾ ਗਿਆ ਹੈ। ਤੇ ਨਾਲੇ ਸੁਣ ਲੈਂਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਰੋਨਾ ਨੂੰ ਲੈ ਕੇ ਮਨ ਕੀ ਬਾਤ। ਭਾਰਤ ਵਿੱਚ ਕੋਰੋਨਾ ਦੇ ਕਾਰਨ ਹੋਣ ਵਾਲੀਆਂ ਮੌਤਾਂ ਦਾ ਆંકੜਾ ਹਰ ਦਿਨ ਵਧਦਾ ਜਾ ਰਿਹਾ ਹੈ। ਹਰ ਰੋਜ਼ ਹੁਣ 3 ਲੱਖ ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆਉਣ ਲੱਗੇ ਨੇ। ਸਿਹਤ ਮੰਤਰਾਲੇ ਦੇ ਆંકੜਿਆਂ ਦੇ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 3,49,691 ਨਵੇਂ ਕੋਰੋਨਾ ਦੇ ਕੇਸ ਦਰਜ ਹੋਏ ਨੇ ਤੇ ਇਸ ਦੇ ਨਾਲ ਹੀ ਰਿਕਾਰਡ 2700 ਤੋਂ ਜ਼ਿਆਦਾ ਲੋਕਾਂ ਦੀ ਜਾਨ ਵੀ ਚਲੀ ਗਈ ਹੈ। ਹਾਲਾਂਕਿ ਇਸ ਦਰਮਿਆਨ 2,17,000 ਤੋਂ ਜ਼ਿਆਦਾ ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ। बीते 4 दिनों ਵਿੱਚ देश ਵਿੱਚ 1 मिलियन तो ज़्यादा नवे केस आए ने। यह आंकड़ा दुनिया के किसी देश के मुकाबले सब तो ज़्यादा है। देश ਵਿੱਚ कुल मामलों की गिनती ਹੁਣ ਵੱਧ ਕੇ 1,69,60,000 ਤੋਂ ਪਾਰ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 1,40,85,000 ਤੋਂ ਜ਼ਿਆਦਾ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ ਤੇ ਇਸ ਦੇ ਨਾਲ ਹੀ 1,92,000 ਤੋਂ ਜ਼ਿਆਦਾ ਲੋਕ ਹੁਣ ਤੱਕ ਕੋਰੋਨਾ ਦੇ ਕਾਰਨ ਆਪਣੀ ਜਾਨ ਗਵਾ ਚੁੱਕੇ ਨੇ। ਐਕਟਿਵ ਮਾਮਲਿਆਂ ਦੀ ਗਿਣਤੀ ਹੁਣ ਵੱਧ ਕੇ ਦੇਸ਼ ਵਿੱਚ 26,82,700 ਤੋਂ ਪਾਰ ਹੋ ਚੁੱਕੀ ਹੈ। ਇਸ ਦੇ ਨਾਲ ਹੀ 14,09,16,000 ਤੋਂ ਜ਼ਿਆਦਾ ਲੋਕਾਂ ਨੂੰ ਕੋਰੋਨਾ ਦਾ ਟੀਕਾ ਵੀ ਲੱਗ ਚੁੱਕਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਸੰਕਟ ਬਰਕਰਾਰ ਰਹਿਣ ਦੇ ਚੱਲਦੇ ਲਾਕਡਾਊਨ 1 ਹਫ਼ਤੇ ਦੇ ਲਈ ਹੋਰ ਵਧਾ ਦਿੱਤਾ ਗਿਆ ਹੈ। ਹੁਣ ਦਿੱਲੀ ਵਿੱਚ ਲਾਕਡਾਊਨ ਸੋਮਵਾਰ 3 ਮਈ ਸਵੇਰ 5 ਵਜੇ ਤੱਕ ਜਾਰੀ ਰਹੇਗਾ। ਐਲਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਵਾਇਰਸ ਦੇ ਖਿਲਾਫ ਇਹ ਆਖਰੀ ਹਥਿਆਰ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨੇ ਰਾਜਧਾਨੀ ਵਿੱਚ ਹਲੇ ਵੀ ਆਕਸੀਜਨ ਦੀ ਕਮੀ ਦੀ ਵੀ ਗੱਲ ਕਹੀ ਹੈ। ਇਸ ਤੋਂ ਪਹਿਲਾਂ ਦਿੱਲੀ ਵਿੱਚ 19 ਅਪ੍ਰੈਲ ਨੂੰ ਰਾਤ 10 ਵਜੇ ਤੋਂ ਲਾਕਡਾਊਨ ਸ਼ੁਰੂ ਹੋਇਆ ਸੀ, ਜੋ 26 ਅਪ੍ਰੈਲ ਸਵੇਰੇ 5 ਵਜੇ ਤੱਕ ਚੱਲਣਾ ਸੀ, ਪਰ ਹੁਣ ਇਸ ਨੂੰ ਵਧਾ ਦਿੱਤਾ ਗਿਆ ਹੈ। जिस तरह से तेज़ी से केसेस बढ़ रहे हैं दिल्ली के अंदर, उसको देखते हुए ये लॉकडाउन लगाना बहुत ज़रूरी हो गया था। ये एक तरह से आखिरी हथियार है कोरोना के से डील करने के लिए, लेकिन जिस तरह से केसेस बढ़ रहे थे ये आखिरी हथियार इस्तेमाल करना ज़रूरी हो गया था। लेकिन अभी भी कोरोना का कहर जारी है और कोरोना कम नहीं हो रहा। तो इसीलिए उसके मद्देनज़र कई लोगों के भी, जनता के बीच में भी जब हम लोगों ने बात करने की कोशिश की, सबका मत यही है कि लॉकडाउन को भी और बढ़ाना चाहिए। तो लॉकडाउन को दिल्ली के अंदर 1 हफ़्ते के लिए और बढ़ाया जा रहा है, अगले सोमवार को सुबह 5 बजे तक के लिए। इस दौरान हमने देखा लॉकडाउन के दौरान की संक्रमण दर, पॉजिटिविटी रेट जिसको कहते हैं, ये लगभग 36-37% तक पहुंच गई। आज तक इतनी संक्रमण दर हमने दिल्ली में तो नहीं देखी, बाकी दुनिया भर में हो सकता हुई हो कहीं पे, लेकिन 36-37% तक संक्रमण दर पहुंच गई। पिछले 1-2 दिन से थोड़ी सी कम हुई है, आज 30 के नीचे आई है, 29 पॉइंट कुछ आई है। मैं ये नहीं कह रहा कि कोरोना ख़त्म होने की दिशा में जा रहा है, लेकिन ये अभी तथ्य हैं, अभी और कुछ दिन देखना पड़ेगा। हो सकता है बढ़ जाए, हो सकता है कम हो, लेकिन हम भगवान से प्रार्थना करते हैं कि
कोरोना से हम लोगों को मुक्ति मिले। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ 76ਵੇਂ ਐਪੀਸੋਡ ਦੇ ਦੌਰਾਨ ਦੇਸ਼ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਹਨਾਂ ਨੇ ਡਾਕਟਰਾਂ, ਨਰਸ, ਫਰੰਟਲਾਈਨ ਵਰਕਰਸ ਤੇ ਕੋਵਿਡ ਪੇਸ਼ੈਂਟ ਦੇ ਅਨੁਭਵਾਂ ਨੂੰ ਦੇਸ਼ ਦੀ ਜਨਤਾ ਦੇ ਨਾਲ ਸਾਂਝਾ ਕੀਤਾ ਹੈ। ਉਹਨਾਂ ਨੇ ਵੈਕਸੀਨੇਸ਼ਨ ਨੂੰ ਲੈ ਕੇ ਵੀ ਸਾਫ਼ ਕੀਤਾ ਹੈ ਕਿ ਲੋਕ ਵੈਕਸੀਨ ਬਾਰੇ ਕਿਸੇ ਵੀ ਅਫਵਾਹ ਵਿੱਚ ਨਾ ਆਣ। साथियों, कोरोना की इस संकट काल में वैक्सीन की अहमियत सभी को पता चल रही है। इसलिए मेरा आग्रह है कि वैक्सीन को लेकर किसी भी अफवाह में न आए। आप सभी को मालूम भी होगा कि भारत सरकार की तरफ से सभी राज्य सरकारों को फ्री वैक्सीन भेजी गई है, जिसका लाभ 45 साल की उम्र के ऊपर के लोग ले सकते हैं। अब तो 1 मई से देश में 18 साल के ऊपर के हर व्यक्ति के लिए वैक्सीन उपलब्ध होने वाली है। अब देश का कॉरपोरेट सेक्टर, कंपनियां भी अपने कर्मचारियों को वैक्सीन लगाने के अभियान में भागीदारी निभा पाएगी। मुझे ये भी कहना है कि भारत सरकार की तरफ से मुफ्त वैक्सीन का जो कार्यक्रम अभी चल रहा है वो आगे भी चलता रहेगा। मेरा राज्यों से भी आग्रह है कि वो भारत सरकार के इस मुफ्त वैक्सीन अभियान का लाभ अपने राज्य के ज्यादा से ज्यादा लोगों तक पहुंचाएं। ਰਾਹੁਲ ਗਾਂਧੀ ਨੇ ਕਰੋਨਾ ਸੰਕਟ ਵਿੱਚ ਪਾਰਟੀ ਦੇ ਸਾਰੇ ਵਰਕਰਾਂ ਨੂੰ ਰਾਜਨੀਤਿਕ ਕੰਮ ਛੱਡ ਕੇ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਆਪਣੇ ਟਵੀਟ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦਾ ਇਹੀ ਧਰਮ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸਿਸਟਮ ਫੇਲ ਹੈ, ਇਸ ਲਈ ਇਹ ਜਨ ਕੀ ਬਾਤ ਕਰਨਾ ਜ਼ਰੂਰੀ ਹੈ। ਇਸ ਸੰਕਟ ਵਿੱਚ ਦੇਸ਼ ਨੂੰ ਜ਼ਿੰਮੇਦਾਰ ਨਾਗਰਿਕਾਂ ਦੀ ਜ਼ਰੂਰਤ ਹੈ। ਆਪਣੇ ਕਾਂਗਰਸ ਸਾਥੀਆਂ ਤੋਂ ਮੈਂ ਅਪੀਲ ਕਰਦਾ ਹਾਂ ਕਿ ਸਾਰੇ ਸਿਆਸੀ ਕੰਮ ਛੱਡ ਕੇ ਸਿਰਫ ਜਨ ਸਹਾਇਤਾ ਕਰਨ, ਹਰ ਤਰ੍ਹਾਂ ਨਾਲ ਦੇਸ਼ ਵਾਸੀਆਂ ਦਾ ਦੁੱਖ ਦੂਰ ਕਰਨ। ਕਾਂਗਰਸ ਪਰਿਵਾਰ ਦਾ ਇਹੀ ਧਰਮ ਹੈ। ਹਰਿਆਣਾ ਸਰਕਾਰ ਵੱਲੋਂ ਆਕਸੀਜਨ ਦੀ ਕੋਈ ਕਮੀ ਨਹੀਂ ਹੋਣ ਦੇ ਦਾਅਵਿਆਂ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ। ਰੇਵਾੜੀ ਵਿੱਚ ਆਕਸੀਜਨ ਦੀ ਘਾਟ ਕਾਰਨ ਕੋਰੋਨਾ ਨਾਲ ਪ੍ਰਭਾਵਿਤ 4 ਮਰੀਜ਼ਾਂ ਨੇ ਦਮ ਤੋੜ ਦਿੱਤਾ। ਇਸ ਹਸਪਤਾਲ ਵਿੱਚ 100 ਤੋਂ ਵੱਧ ਮਰੀਜ਼ ਭਰਤੀ ਨੇ। ਹਸਪਤਾਲ ਆਪਰੇਟਰ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਗਾਤਾਰ ਆਕਸੀਜਨ ਦੀ ਘਾਟ ਬਾਰੇ ਦੱਸਿਆ ਜਾ ਰਿਹਾ ਸੀ, ਪਰ ਅਧਿਕਾਰੀਆਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਇਸ ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਖੂਬ ਹੰਗਾਮਾ ਕੀਤਾ ਗਿਆ ਤੇ ਜਾਮ ਵੀ ਲਗਾਇਆ ਗਿਆ। ਸੋਨੀਪਤ ਦੇ ਖਰਖੋਦਾ ਨੇੜੇ ਕੇਐਮਪੀ ਉੱਤੇ ਪੀਪਲੀ ਟੋਲ ਨੂੰ ਫ੍ਰੀ ਕਰਵਾਉਣ ਦੇ ਲਈ ਕਿਸਾਨ ਪਹੁੰਚ ਗਏ। ਫਿਲਹਾਲ ਇੱਥੇ ਵੱਡੀ ਗਿਣਤੀ ਵਿੱਚ ਹਰਿਆਣਾ ਪੁਲਿਸ ਤੇ ਰੈਪਿਡ ਐਕਸ਼ਨ ਫੋਰਸ ਟੋਲ ਉੱਤੇ ਤੈਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਕਿਸਾਨ ਟੋਲ ਉੱਤੇ ਹੀ ਧਰਨੇ ਤੇ ਬੈਠ ਗਏ ਨੇ। ਹਾਲਾਂਕਿ ਖਰਖੋਦਾ ਦੇ ਐਸਡੀਐਮ ਤੇ ਡੀਐਸਪੀ ਕਿਸਾਨਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਕਿਸਾਨ ਇਹ ਕਹਿ ਰਹੇ ਨੇ ਕਿ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੈ ਕਿ ਜਦੋਂ ਤੱਕ ਅੰਦੋਲਨ ਜਾਰੀ ਰਹੇਗਾ ਸਭ ਟੋਲ ਫ੍ਰੀ ਰਹਿਣਗੇ। ਕਿਸਾਨਾਂ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਕਿ ਜਿੰਨਾ ਚਿਰ ਉਹਨਾਂ ਦਾ ਅੰਦੋਲਨ ਰਹੇਗਾ ਉਹ ਕਿਤੇ ਵੀ ਟੋਲ ਟੈਕਸ ਨਹੀਂ ਲੈਣ ਦੇਣਗੇ। ਨਾਲ ਹੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਤੋਂ ਜਲਦੀ ਟੋਲ ਨੂੰ ਫ੍ਰੀ ਨਾ ਕੀਤਾ ਗਿਆ ਤਾਂ ਸਿੰਘੂ ਬਾਰਡਰ ਨੇੜੇ ਸਥਿਤ ਕੇਐਮਪੀ ਨੂੰ ਵੀ ਜਾਮ ਕਰ ਦੇਣਗੇ। ये कुछ किसानों ने आह्वान किया था कि भाई 25 तारीख को हम टोल फ्री करवाएंगे। सरकार ने पहले ही टोल फ्री कर देना चाहिए था, क्योंकि हरियाणा पंजाब में सभी जगह टोल फ्री है। अगर सरकार अभी हमारी एक पॉलिसी बनेगी, अगर हमारी बात को नहीं माना गया तो गांव से लोग चल दिए हैं। और आपके चैनल के माध्यम से मेरा अनुरोध है, जो लोग देख रहे हैं तो इस टोल फ्री करवाने के लिए, अपनी बात मनवाने के लिए सरकार के जो संयुक्त मोर्चे का आह्वान है, जब तक ये आंदोलन चलेगा टोल फ्री रहेंगे। सभी लोगों ने यहाँ जाना चाहिए। अगर फिर भी हमारी बात को नहीं माना जाता है, जो कुंडली बॉर्डर पे जो केएमपी है वो जाम किया जा सकता है। ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਹੋਏ ਵਾਧੇ ਦੇ ਮੱਦੇਨਜ਼ਰ ਹਿਮਾਚਲ ਸਰਕਾਰ ਨੇ 27 ਅਪ੍ਰੈਲ ਤੋਂ 10 ਮਈ ਤੱਕ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਸੂਬੇ ਦੇ 4 ਜ਼ਿਲ੍ਹਿਆਂ ਕਾਂਗੜਾ, ਊਨਾ, ਸੋਲਨ ਤੇ ਸਿਰਮੌਰ ਵਿੱਚ ਨਾਈਟ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ ਵਿੱਚ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਆਉਣ ਵਾਲੇ ਸਾਰੇ ਯਾਤਰੀਆਂ ਲਈ 72 ਘੰਟਿਆਂ ਵਿੱਚ RT-PCR ਟੈਸਟ ਲਾਜ਼ਮੀ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ। ਸੂਬੇ ਵਿੱਚ ਆਉਣ ਵਾਲੇ ਕਿਸੇ ਵਿਅਕਤੀ ਦਾ ਕੋਵਿਡ RT-PCR ਟੈਸਟ ਨਹੀਂ ਹੋਇਆ ਤਾਂ ਉਸ ਨੂੰ ਆਪਣੇ ਨਿਵਾਸ ਸਥਾਨ ਉਤੇ 14 ਦਿਨਾਂ ਦੇ ਲਈ ਹੋਮ ਕੁਆਰੰਟਾਈਨ ਵਿੱਚ ਰਹਿਣਾ ਹੋਏਗਾ। ਕੋਰੋਨਾ ਸੰਕਟ ਵਿੱਚ ਭਾਰਤ ਦੇ ਨਾਲ ਹੁਣ ਗਵਾਂਢੀ ਦੇਸ਼ ਪਾਕਿਸਤਾਨ ਵੀ ਖੜਾ ਹੋ ਗਿਆ ਹੈ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਇਬ ਅਖਤਰ ਨੇ ਭਾਰਤ ਦੇ ਸਮਰਥਨ ਵਿੱਚ ਇੱਕ ਵੀਡੀਓ ਨੂੰ ਸ਼ੇਅਰ ਕੀਤਾ ਹੈ। ਸ਼ੋਇਬ ਨੇ ਆਪਣੇ ਫੈਨਸ ਨੂੰ ਇਸ ਵਾਇਰਸ ਨੂੰ ਕਾਬੂ ਕਰਨ ਵਿੱਚ ਭਾਰਤ ਦੀ ਮਦਦ ਕਰਨ ਲਈ ਕਿਹਾ ਹੈ। ਸ਼ੋਇਬ ਅਖਤਰ ਨੇ ਟਵਿੱਟਰ ਉੱਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਸੀ, ਭਾਰਤ ਕੋਵਿਡ-19 ਨਾਲ ਸੰਘਰਸ਼ ਕਰ ਰਿਹਾ ਹੈ। ਗਲੋਬਲ ਸਮਰਥਨ ਦੀ ਜ਼ਰੂਰਤ ਹੈ। ਹੈਲਥ ਕੇਅਰ ਸਿਸਟਮ ਪੂਰੀ ਤਰ੍ਹਾਂ ਵਿਗੜ ਰਿਹਾ ਹੈ।
ਇਹ ਮਹਾਮਾਰੀ ਹੈ ਤੇ ਇਸ ਵਿੱਚ ਅਸੀਂ ਇੱਕ ਸਾਥ ਹਾਂ, ਇੱਕ ਦੂਜੇ ਦਾ ਸਮਰਥਨ ਕਰਨਾ ਚਾਹੀਦਾ ਹੈ। ਤੇ ਉਧਰ ਬਾਲੀਵੁੱਡ ਐਕਟਰੈਸ ਸਵਰਾ ਭਾਸਕਰ ਨੇ ਵੀ ਸ਼ੋਇਬ ਅਖਤਰ ਦਾ ਸਮਰਥਨ ਕੀਤਾ ਹੈ। ਸਵਰਾ ਨੇ ਟਵੀਟ ਕਰ ਲਿਖਿਆ, ਸ਼ੁਕਰੀਆ ਸ਼ੋਇਬ ਅਖਤਰ, ਇਹਨਾਂ ਸ਼ਬਦਾਂ ਤੇ ਮਾਨਵਤਾ ਦੇ ਲਈ ਤਹਿ ਦਿਲ ਤੋਂ ਧੰਨਵਾਦ। ਰੁਕਦੇ ਇੱਕ ਹੋਰ ਛੋਟੇ ਜਿਹੇ ਬ੍ਰੇਕ ਲਈ। ਬ੍ਰੇਕ ਦੇ ਉਸ ਪਾਰ ਨਜ਼ਰ ਅੰਤਰਰਾਸ਼ਟਰੀ ਖਬਰਾਂ ਤੇ।